ਹੈਲਥ ਪਲਸ ਪ੍ਰੋ में ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸਿੱਧੂ ਹਸਪੀਟਲ ਦੁਰਾਹਾ। ਸਿੱਧੂ ਹਸਪੀਟਲ ਦੁਰਾਹਾ ਮਰੀਜ਼ਾਂ ਲਈ ਇੱਕ ਵਰਦਾਨ ਹੈ। ਦੂਰੋਂ ਮਰੀਜ਼ ਇੱਥੇ ਪਹੁੰਚਦੇ ਨੇ ਤੇ ਆਪਣਾ ਇਲਾਜ ਕਰਵਾਉਂਦੇ ਨੇ। ਸਿੱਧੂ ਹਸਪੀਟਲ ਦੁਰਾਹਾ ਵਿਖੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਸਾਡੀ ਟੀਮ ਨੇ ਡਾਕਟਰ ਗੁਰਸਰਨ ਸਿੱਧੂ ਜੀ ਨਾਲ ਗੱਲਬਾਤ ਕੀਤੀ, ਜੋ ਕਿ ਸਮੇਂ-ਸਮੇਂ ਤੇ ਸਾਡੀ ਪੰਜਾਬ ਪਲਸ ਦੀ ਟੀਮ ਨੂੰ ਹੈਲਥ ਟਿਪਸ ਦਿੰਦੇ ਰਹਿੰਦੇ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਗੁਰਸਰਨ ਸਿੱਧੂ ਜੀ ਨੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹੋਣ ਦੇ ਕਾਰਨ ਅਤੇ ਉਸ ਦੇ ਨਿਵਾਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ। ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਗੁਰਸਰਨ ਕੌਰ ਸਿੱਧੂ, ਸੀਨੀਅਰ ਕੰਸਲਟੈਂਟ MD ਮੈਡੀਸਨ ਸਿੱਧੂ ਹਸਪੀਟਲ ਦੁਰਾਹਾ ਤੋਂ ਤੁਹਾਡੇ ਰੂਬਰੂ ਹਾਂ। ਅੱਜ ਆਪਾਂ ਕੁਝ ਖਾਸ ਡਿਸਕਸ ਕਰਨ ਵਾਸਤੇ, ਕੁਝ ਖਾਸ ਅਵੇਅਰਨੈਸ ਵਾਸਤੇ ਕੁਝ ਗੱਲਾਂ ਕਰਨੀਆਂ ਨੇ, ਕੁਝ ਗੱਲਾਂ ਸਾਂਝੀਆਂ ਕਰਨੀਆਂ ਨੇ। ਖੁਸ਼ੀ ਦੀ ਗੱਲ ਇਹ ਹੈ ਕਿ ਕੋਵਿਡ ਜਿਹੜਾ ਹੈ ਉਹਦੇ ਤੋਂ ਆਪਾਂ ਨੂੰ ਬਹੁਤ ਹੱਦ ਤੱਕ ਛੁਟਕਾਰਾ ਮਿਲ ਗਿਆ। ਲੱਗਦਾ ਹੁਣ ਸਾਹ ਆ ਗਿਆ ਤੇ ਹੁਣ ਅਸੀਂ ਇਸ ਤੋਂ ਬਚੇ ਹਾਂ। ਤੇ ਜਿਹੜੀਆਂ ਸਾਡੀਆਂ ਲਾਈਫਸਟਾਈਲ ਦੀਆਂ ਬਿਮਾਰੀਆਂ, ਡਾਇਬਟੀਜ਼ ਔਰ ਹਾਈਪਰਟੈਂਸ਼ਨ, ਜਿਹੜੀਆਂ ਕਿ ਸਾਨੂੰ ਹਾਰਟ ਡਿਜ਼ੀਜ਼ਸ ਕਰਦੀਆਂ ਔਰ ਬ੍ਰੇਨ ਡਿਜ਼ੀਜ਼ਸ ਕਰਦੀਆਂ, ਅਸੀਂ ਉਹਨਾਂ ਤੋਂ ਹੁਣ ਕਿਵੇਂ ਬਚਣਾ, ਕਿਵੇਂ ਅਸੀਂ ਪੋਸਟ ਕੋਵਿਡ ਟਾਈਮ ਦੇ ਵਿੱਚ ਆਪਣਾ ਕਿਸ ਤਰ੍ਹਾਂ ਦਾ ਲਾਈਫਸਟਾਈਲ ਰੱਖਣਾ ਹੈ ਕਿ ਹੁਣ ਤੱਕ ਆਪਾਂ ਕੋਵਿਡ ਦੇ ਦੌਰਾਨ ਇਮਿਊਨਿਟੀ ਇਨਕਰੀਜ਼ ਕਰਨ ਦੀਆਂ ਗੱਲਾਂ ਕਰਦੇ ਸੀ। ਹੁਣ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ, ਖਾਸ ਕਰਕੇ ਜਿਹੜੀਆਂ ਬਿਮਾਰੀਆਂ, ਜਿਹੜੀਆਂ ਆਪਾਂ ਲਾਈਫਸਟਾਈਲ ਬਿਮਾਰੀਆਂ ਕਹਿੰਦੇ ਹਾਂ, ਜਿਸ ਤਰ੍ਹਾਂ ਕਿ ਡਾਇਬਟੀਜ਼ ਜਿਹੜੀ ਕਿ ਸ਼ੂਗਰ, ਮਧੂਮੇਹ, ਹਾਈਪਰਟੈਂਸ਼ਨ ਜਿਹੜੀ ਕਿ ਬਲੱਡ ਪ੍ਰੈਸ਼ਰ ਵਾਸਤੇ, ਓਬੈਸਿਟੀ ਜਿਹਨੂੰ ਅਸੀਂ ਮੋਰਬਿਡ ਓਬੈਸਿਟੀ ਕਹਿੰਦੇ ਹਾਂ, ਜਿਹੜੀ ਕਿ ਮੋਟਾਪੇ ਦੀ ਵਜ੍ਹਾ ਨਾਲ ਇੰਨੀਆਂ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ। ਤੇ ਅਸੀਂ ਆਪਣੀ ਲਾਈਫਸਟਾਈਲ ਨੂੰ ਕਿਸ ਤਰ੍ਹਾਂ ਦੀ ਖੁਰਾਕ, ਕਿਸ ਤਰ੍ਹਾਂ ਦੀ ਆਪਣੀ ਇੱਕ ਜੀਵਣੀ ਜੀ ਕੇ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ, ਉਹਨੂੰ ਅਸੀਂ ਜੀ ਕੇ ਅਸੀਂ ਆਪਣਾ ਇਹ ਜਿਹੜਾ ਸੁਭਾਗਾ ਜੀਵਨ ਹੈ ਇਸ ਨੂੰ ਆਪਾਂ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ। ਡਾਇਬਟੀਜ਼ ਦੀ ਹਾਲ ਇਹ ਹੈ ਕਿ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਬਲਕਿ WHO ਨੇ ਇਹ ਕਿਹਾ ਕਿ 2025 ਤੱਕ ਹਿੰਦੁਸਤਾਨ ਦੇ ਵਿੱਚ ਜਿਹੜੀ ਡਾਇਬਟਿਕ ਪਾਪੂਲੇਸ਼ਨ ਹੋ ਜਾਣੀ ਹੈ, ਅਸੀਂ ਵਰਲਡ ਦੀ ਸਭ ਤੋਂ ਉੱਪਰ ਉਹ ਪਾਪੂਲੇਸ਼ਨ ਹੋ ਜਾਣਾ ਹੈ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਡਾਇਬਟਿਕ ਪਾਪੂਲੇਸ਼ਨ ਹਿੰਦੁਸਤਾਨ 'ਚ ਹੋਣੀ ਹੈ। ਇਹ ਕੋਈ ਚੰਗੀ ਗੱਲ ਨਹੀਂ, ਇਹ ਕੋਈ ਟੀਚਾ ਨਹੀਂ ਜਿਹੜਾ ਅਸੀਂ ਅਚੀਵ ਕਰਨਾ ਹੈ। ਇਹ ਅਸੀਂ ਇਹਨੂੰ ਹੋਣ ਤੋਂ ਰੋਕਥਾਮ ਕਰਨੀ ਹੈ। ਮੇਰੇ ਅੱਜ ਦੀ ਗੱਲ ਸਭ ਤੋਂ ਜ਼ਿਆਦਾ ਸਾਂਝਾ ਕਰਨ ਵਾਸਤੇ ਇਹ ਹੈ ਕਿ ਜਿਹੜੀਆਂ ਲਾਈਫਸਟਾਈਲ ਬਿਮਾਰੀਆਂ ਨੇ, ਆਪਾਂ ਇਹਨਾਂ ਤੋਂ ਕਿਵੇਂ ਬਚ ਸਕਦੇ ਹਾਂ ਔਰ ਅਸੀਂ ਸਿਹਤਮੰਦ ਜਿਹੜੀ ਜ਼ਿੰਦਗੀ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਲੀਡ ਕਰ ਸਕਦੇ ਹਾਂ। ਡਾਇਬਟੀਜ਼ ਦਾ ਸਾਰਿਆਂ ਨੂੰ ਹੀ ਪਤਾ ਹੈ ਕਿ ਡਾਇਬਟੀਜ਼ ਇੱਕ ਲਾਈਫਸਟਾਈਲ ਦੀ ਬਿਮਾਰੀ ਹੈ, ਜਿਹਦੇ ਵਿੱਚ ਸ਼ੂਗਰ ਦੀ ਮਾਤਰਾ ਜਿਹੜੀ ਬਲੱਡ ਦੇ ਵਿੱਚ ਵੱਧ ਜਾਂਦੀ ਹੈ ਔਰ ਫਿਰ ਉਹੀ ਬਲੱਡ ਦੇ ਵਿੱਚੋਂ ਜਿਹੜੀ ਸ਼ੂਗਰ ਹੈ ਯੂਰਿਨ ਦੇ ਵਿੱਚ ਯਾਨੀ ਪਿਸ਼ਾਬ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹਨੂੰ ਅਸੀਂ ਸਾਇਲੈਂਟ ਕਿਲਰ ਵੀ ਕਹਿੰਦੇ ਹਾਂ ਦੋਨਾਂ ਨੂੰ। ਬਹੁਤ ਸਾਰੇ ਪੇਸ਼ੈਂਟਸ ਨੂੰ ਇਹਦੇ ਹੋਣ ਦੇ ਕੋਈ ਲੱਛਣ ਨਹੀਂ ਹੁੰਦੇ। ਸ਼ਾਇਦ ਕੋਈ ਨੋਟ ਕਰੇ ਤੇ ਖਿਆਲ ਕਰ ਸਕਦਾ ਹੈ ਕਿ ਅਗਰ ਬਹੁਤ ਸਾਰੀ ਪਿਆਸ ਲੱਗਣੀ ਸ਼ੁਰੂ ਹੋ ਜਾਏ, ਅਗਰ ਭੁੱਖ ਵੀ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਏ, ਪਿਆਸ ਵੀ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਏ ਔਰ ਪਿਸ਼ਾਬ ਵੀ ਬਾਰ-ਬਾਰ ਆਵੇ ਔਰ ਜ਼ਿਆਦਾ ਆਵੇ, ਤਾਂ ਇਹ ਲੱਛਣ ਸ਼ੂਗਰ ਦੇ ਹੁੰਦੇ ਨੇ। ਔਰ ਉਸੇ ਵੇਲੇ ਸਾਨੂੰ ਥੋੜ੍ਹੇ ਜਿਹੇ ਕੰਨ ਖੜੇ ਹੋ ਜਾਣੇ ਚਾਹੀਦੇ ਨੇ ਕਿ ਸਾਨੂੰ ਟੈਸਟ ਕਰਾ ਲੈਣਾ ਚਾਹੀਦਾ, ਜਾਂ ਵੈਸੇ ਵੀ 30 ਸਾਲ ਤੋਂ ਉੱਪਰ ਇੱਕ ਵਾਰੀ ਮੈਡੀਕਲ ਚੈੱਕਅਪ ਹੋ ਜਾਵੇ ਅਤੇ ਉਹਦੇ 'ਚ ਹੀ ਆਪਾਂ ਨੂੰ ਪਤਾ ਲੱਗ ਜਾਵੇ ਤਾਂ ਬਹੁਤ ਅੱਛੀ ਗੱਲ ਹੈ, ਕਿਉਂਕਿ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਾਨੂੰ ਸ਼ੂਗਰ ਦੇ ਕਰਕੇ, ਬਿਮਾਰੀਆਂ ਹੋਣ ਕਰਕੇ, ਉਹਦੇ ਇੰਨੀ ਜ਼ਿਆਦਾ ਮੋਰਬਿਡਿਟੀ ਜਾਂ ਉਹਦੀ ਵਜ੍ਹਾ ਦੇ ਨਾਲ ਮੌਤ ਜਿਹੜੀਆਂ ਹੈ, ਉਹ ਸਭ ਚੀਜ਼ਾਂ ਨੂੰ ਆਪਾਂ ਰੋਕ ਸਕਦੇ ਹਾਂ। ਸ਼ੂਗਰ ਦਾ ਇਲਾਜ ਕਿਉਂ ਕਰਨਾ ਜ਼ਰੂਰੀ ਹੈ ਬਈ? ਜੇ ਸ਼ੂਗਰ ਵਧਦੀ ਹੈ ਪਈ ਵਧੀ ਜਾਵੇ? ਨੋ, ਸ਼ੂਗਰ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਤਾਂ ਸ਼ੂਗਰ ਆਪਣੇ ਆਪ ਦੇ ਵਿੱਚ ਹੀ, ਮਰੀਜ਼ ਅਗਰ ਆਪਾਂ ਇਹਨੂੰ ਕੰਟਰੋਲ ਨਹੀਂ ਕਰਦੇ ਤਾਂ ਉਸ ਪੇਸ਼ੈਂਟ ਦੀ ਜਿਹੜੀ ਸ਼ਕਲ ਹੈ ਉਹ ਬਿਲਕੁਲ ਹੀ ਮੁਰਝਾਇਆ ਹੋਇਆ, ਜਿਸ ਤਰ੍ਹਾਂ ਬੂਟਾ ਹੁੰਦਾ ਨਾ, ਸੁੱਕਿਆ ਹੋਇਆ, ਮੁਰਝਾਇਆ ਹੋਇਆ, ਜਾਂ ਬਹੁਤ ਮੋਟਾ ਔਰ ਬਿਲਕੁਲ ਸਰੀਰ 'ਚ ਜਾਨ ਹੈ ਨਹੀਂ, ਖਾਈ ਜਾਵੇ ਪਰ ਲਿਸਟਲੈਸ,
ਔਰ ਇਹ ਇਸ ਤਰ੍ਹਾਂ ਦੀ ਜਿਹੜੀ ਹੈ ਉਹਦੀ ਸਿਹਤਮੰਦ ਪੇਸ਼ੈਂਟ ਫੀਲ ਨਹੀਂ ਕਰਦਾ, ਜਾਂ ਉਹ ਕਹਿੰਦਾ ਮੈਨੂੰ ਕੋਈ ਲੱਛਣ ਹੀ ਨਹੀਂ ਹੈ, ਮੈਂ ਤਾਂ ਬਿਲਕੁਲ ਠੀਕ ਠਾਕ ਹਾਂ। ਸੋ ਇਸੇ ਵਾਸਤੇ ਇਹਦਾ ਇੱਕੋ ਹੀ ਤਰੀਕਾ ਹੈ ਕਿ ਟੈਸਟ ਕਰੋ। ਟੈਸਟ ਕਰਕੇ ਉਸ ਤੋਂ ਬਾਅਦ ਇਹਦਾ ਇਲਾਜ ਕਿਉਂ ਕਰਨਾ ਜ਼ਰੂਰੀ ਹੈ? ਕਿਉਂਕਿ ਅਗਰ ਅਸੀਂ ਇਹਦਾ ਇਲਾਜ ਨਹੀਂ ਕਰਦੇ ਤਾਂ ਅੱਖਾਂ 'ਤੇ ਅਸਰ ਪਊਗਾ, ਬਲਾਈਂਡਨੈਸ ਹੋਊਗੀ, ਨਿਗਾਹ ਘਟੂਗੀ, ਔਰ ਯੂਰਿਨ ਦੇ ਵਿੱਚ ਇਨਫੈਕਸ਼ਨਸ ਹੋਣਗੀਆਂ, ਪਸ ਆਏਗੀ, ਗੁਰਦਿਆਂ ਦੇ ਵਿੱਚ ਅਸਰ ਪਊਗਾ। ਅਲਟੀਮੇਟਲੀ ਅਸੀਂ ਇਹ ਦੇਖਿਆ ਹੈ ਕਿ ਜਿਵੇਂ ਡਾਇਲਿਸਿਸ ਯੂਨਿਟ ਦੇ ਵਿੱਚ ਜਿਹੜੇ ਸਾਡੇ ਪੇਸ਼ੈਂਟਸ ਦੇ ਸਾਡੇ ਹਸਪੀਟਲ ਦੇ ਵਿੱਚ ਡਾਇਲਿਸਿਸ ਹੋ ਰਹੇ ਹੁੰਦੇ ਆ, ਬਹੁਤ ਸਾਰੇ ਪੇਸ਼ੈਂਟਸ ਨੂੰ ਡਾਇਲਿਸਿਸ ਕਿਉਂ ਦੀ ਲੋੜ ਪੈ ਰਹੀ ਹੁੰਦੀ ਹੈ? ਉਹਨਾਂ ਦੇ ਗੁਰਦਿਆਂ ਦੀ ਖਰਾਬ ਹੋਣ ਦੀ ਜਿਹੜੀ ਵਜ੍ਹਾ ਹੈ 70% ਲੋਕ ਸ਼ੂਗਰ ਕਰਕੇ, ਔਰ ਬਾਕੀ 29% ਲੋਕ ਜਿਹੜੇ ਨੇ ਉਹਨਾਂ ਦੇ ਗੁਰਦੇ ਫੇਲ ਬਲੱਡ ਪ੍ਰੈਸ਼ਰ ਕਰਕੇ ਹੋਏ ਹੁੰਦੇ। ਯਾਨੀ ਅਗਰ ਟਾਈਮ ਸਿਰ ਅਸੀਂ ਇਸ ਪੇਸ਼ੈਂਟਸ ਦਾ ਡਾਇਬਟੀਜ਼ ਔਰ ਹਾਈਪਰਟੈਂਸ਼ਨ ਪੇਸ਼ੈਂਟ ਆਪਣੀ ਕੰਟਰੋਲ ਕਰ ਲੈਂਦਾ ਤਾਂ ਡਾਇਲਿਸਿਸ ਦੀ ਨੌਬਤ ਹੀ ਨਹੀਂ ਪੈਣੀ ਸੀਗੀ। ਸੋ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਗਰ ਆਪਾਂ ਇਸ ਇੰਨੀਆਂ ਵੱਡੀਆਂ ਬਿਮਾਰੀਆਂ ਤੋਂ, ਹਾਰਟ ਅਟੈਕਸ ਤੋਂ, ਅਧਰੰਗ ਤੋਂ, ਸੁੰਨ ਹੋਣ ਤੋਂ, ਅਸੀਂ ਦਿਮਾਗ ਦੇ ਐਟਰੋਫੀ ਯਾਨੀ ਕਿ ਸੁੰਗੜਨ ਦੀਆਂ ਬਿਮਾਰੀਆਂ ਤੋਂ, ਗੁਰਦੇ ਫੇਲ ਹੋਣ ਦੀਆਂ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ ਜੇਕਰ ਅਸੀਂ ਡਾਇਬਟੀਜ਼ ਔਰ ਬਲੱਡ ਪ੍ਰੈਸ਼ਰ ਦਾ ਖਿਆਲ ਰੱਖ ਪਾਈਏ। ਸੋ ਸ਼ੂਗਰ ਹੋਣ ਦੇ ਵੀ ਕਈ ਕਾਰਨ ਹੈ, ਕੋਈ ਇੱਕ ਤਰ੍ਹਾਂ ਦੀ ਸ਼ੂਗਰ ਨਹੀਂ ਹੁੰਦੀ। ਡਾਇਬਟੀਜ਼ ਟਾਈਪ 1 ਜਿਨ੍ਹਾਂ ਦੇ ਅੰਦਰ ਇਨਸੂਲਿਨ ਬਣਦੀ ਨਹੀਂ, ਜਿਨ੍ਹਾਂ ਨੂੰ ਇਨਸੂਲਿਨ ਦੇ ਇੰਜੈਕਸ਼ਨ ਦੇਣੇ ਪੈਂਦੇ ਆ। ਟਾਈਪ 2 ਜਿਨ੍ਹਾਂ ਦੇ ਵਿੱਚ ਇਨਸੂਲਿਨ ਬਣਦੀ ਤਾਂ ਹੈ ਪਰ ਉਹਨਾਂ ਦੀ ਬਾਡੀ ਉਸ ਮਸਲਸ ਉਹਨਾਂ ਨੂੰ ਅੱਛੀ ਤਰ੍ਹਾਂ ਖਪਾ ਨਹੀਂ ਪਾਉਂਦੇ, ਉਹਨੂੰ ਕਹਿੰਦੇ ਡਾਇਬਟੀਜ਼ ਮਲਾਈਟਸ 2। ਤੀਸਰੀ ਸਭ ਤੋਂ ਇੰਪੋਰਟੈਂਟ ਜੈਸਟੇਸ਼ਨਲ ਡਾਇਬਟੀਜ਼, ਜਿਹੜੀ ਕਿ ਗਰਭਵਤੀ ਔਰਤਾਂ ਦੇ ਵਿੱਚ ਜਦੋਂ ਕਿ 3 ਮਹੀਨੇ ਦੀ ਪ੍ਰੈਗਨੈਂਸੀ ਹੋ ਜਾਂਦੀ ਹੈ, ਉਹ ਉਦੋਂ ਸ਼ੁਰੂ ਹੋ ਜਾਂਦੀ ਹੈ 3 ਮਹੀਨੇ ਦੀ। ਸੋ ਇਹ ਬੜੀ ਜ਼ਰੂਰੀ ਹੈ ਡਾਇਗਨੋਜ਼ ਕਰਨੀ, ਕਿਉਂਕਿ ਅਗਰ ਗਰਭਵਤੀ ਮਹਿਲਾ ਦੇ ਵਿੱਚ ਡਾਇਬਟੀਜ਼ ਟੈਸਟ ਨਾ ਕੀਤੀ ਜਾਵੇ ਔਰ ਉਹ ਉਸੇ ਤਰ੍ਹਾਂ ਹੀ ਗਰਭ ਪੂਰਾ ਕਰ ਲਵੇ ਔਰ ਉਹਨੂੰ ਜੈਸਟੇਸ਼ਨਲ ਡਾਇਬਟੀਜ਼ ਹੋਵੇ ਤਾਂ ਉਹ ਬੱਚੇ ਦਾ ਨੁਕਸਾਨ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ। ਨਾਟ ਓਨਲੀ ਨੁਕਸਾਨ ਹੋਣਾ ਬੱਚੇ ਦਾ, ਬਲਕਿ ਬੱਚੇ ਦਾ ਬਹੁਤ ਚਿਰ ਕਾਰਨਾਂ ਕਰਕੇ, ਜਿਸ ਤਰ੍ਹਾਂ ਅਪੰਗ ਪੈਦਾ ਹੋਣਾ, ਸਿਰ ਵੱਡਾ ਹੋਣਾ, ਮਨਿੰਗੋਸੀਲ ਹੋਣੀ, ਉਹ ਇਸ ਕਰਕੇ ਹੋ ਸਕਦੇ ਨੇ ਕਿ ਉਹਨਾਂ ਦੀ ਬੱਚੇ ਦੀ ਮਾਂ ਨੂੰ ਉਹ ਜਦੋਂ ਬੱਚਾ ਠਹਿਰਿਆ ਹੋਵੇ 3 ਮਹੀਨੇ ਦਾ ਗਰਭ ਹੋਵੇ ਉਦੋਂ ਉਹਨੂੰ ਪਹਿਲਾਂ ਕੋਈ ਸ਼ੂਗਰ ਨਹੀਂ ਸੀ, ਪਰ ਉਦੋਂ ਉਹਨੂੰ ਅਗਰ ਸ਼ੂਗਰ ਹੋ ਜਾਂਦੀ ਹੈ ਤਾਂ ਇੰਨੀਆਂ ਪ੍ਰੋਬਲਮਸ ਬੱਚੇ ਨੂੰ ਅੱਗੇ ਹੋ ਸਕਦੀਆਂ। ਸੋ ਇਸ ਵਾਸਤੇ ਜ਼ਰੂਰ ਖਿਆਲ ਰੱਖਣਾ ਹੈ। ਵੈਸੇ ਵੀ ਖਿਆਲ ਰੱਖਣਾ ਹੈ ਸ਼ੂਗਰ ਤੋਂ, ਗਰਭਵਤੀ ਮਹਿਲਾ ਦਾ ਸ਼ੂਗਰ ਤੋਂ ਵੀ ਬਹੁਤ ਜ਼ਿਆਦਾ ਖਿਆਲ ਰੱਖਣਾ ਹੈ। ਫਿਰ ਇਹ ਤਾਂ ਹੋ ਗਈਆਂ ਟਾਈਪਸ। ਫਿਰ ਆਈ ਟ੍ਰੀਟਮੈਂਟ ਦੀ ਗੱਲ, ਡਾਇਗਨੋਸਿਸ ਦੀ ਗੱਲ। ਕਿਸ ਤਰ੍ਹਾਂ ਅਸੀਂ ਡਾਇਗਨੋਜ਼ ਕਰਦੇ ਹਾਂ? ਸ਼ੂਗਰ ਟੈਸਟ ਕਰਦੇ ਹਾਂ ਪੇਸ਼ੈਂਟ ਦੀ, ਬਲੱਡ ਸ਼ੂਗਰ ਟੈਸਟ ਕਰਦੇ ਹਾਂ, ਫਾਸਟਿੰਗ ਵੀ ਟੈਸਟ ਕਰਦੇ ਹਾਂ। ਫਾਸਟਿੰਗ ਮੈਨੇ ਭੁੱਖੇ ਪੇਟ ਖਾਣਾ ਖਾ ਕੇ ਵੀ ਟੈਸਟ ਕਰਦੇ ਹਾਂ, ਰੈਂਡਮ ਵੀ ਟੈਸਟ ਕਰਦੇ ਹਾਂ। ਫਿਰ ਇੱਕ ਤਿਮਾਹੀ ਸ਼ੂਗਰ ਹੁੰਦੀ ਹੈ ਜਿਹਨੂੰ ਅਸੀਂ HbA1c ਕਹਿੰਦੇ ਹਾਂ, ਉਹ ਟੈਸਟ ਕਰਦੇ ਹਾਂ। ਜਾਂ ਸਭ ਤੋਂ ਜਿਹੜਾ ਇੰਪੋਰਟੈਂਟ ਟੈਸਟ ਹੁੰਦਾ ਹੈ, ਜਿਹੜਾ ਗਰਭਵਤੀ ਮਹਿਲਾ 'ਚ ਵੀ ਕਰਦੇ ਹਾਂ ਜਾਂ ਸਭ ਤੋਂ ਪਹਿਲਾਂ ਡਾਇਗਨੋਸਿਸ ਵਾਸਤੇ ਕਰਦੇ ਹਾਂ, ਜਿਸ ਤਰ੍ਹਾਂ ਕਿ ਕਿਸੇ ਨੇ ਟੈਸਟ ਕਰਾਇਆ, ਉਹ ਕਹਿੰਦਾ ਮੇਰਾ ਤਾਂ ਨਾਰਮਲ ਆਇਆ, ਪਰ ਅਗਰ ਸ਼ੱਕ ਹੈ ਜਾਂ ਨਹੀਂ ਵੀ ਕਨਫਰਮ ਕਰਨ ਵਾਸਤੇ ਉਹਨੂੰ OGTT ਟੈਸਟ ਕਰਦੇ ਹਾਂ। ਸੋ ਉਹ ਟੈਸਟ ਤੋਂ ਕਨਫਰਮ ਹੋ ਜਾਂਦਾ ਹੈ, ਬਲੱਡ ਦਾ ਹੀ ਸ਼ੂਗਰ ਦਾ ਟੈਸਟ ਹੁੰਦਾ, ਉਹ ਕਨਫਰਮ ਕਰ ਦਿੰਦਾ ਹੈ ਕਿ ਪੇਸ਼ੈਂਟ ਨੂੰ ਡਾਇਬਟੀਜ਼ ਬਾਰਡਰਲਾਈਨ ਵੀ ਹੈ ਜਾਂ ਨਹੀਂ ਹੈ। ਸੋ ਇਹ ਹੋ ਗਿਆ ਕਿ ਸਾਨੂੰ ਡਾਇਗਨੋਸ ਅਸੀਂ ਕਿਸ ਤਰ੍ਹਾਂ ਕਰਨਾ, ਔਰ ਇਹ ਜ਼ਰੂਰੀ ਹੈ ਡਾਇਗਨੋਸ ਕਰਨਾ। ਫਿਰ ਅੱਗੇ ਗੱਲ ਹੈ ਟ੍ਰੀਟਮੈਂਟ ਦੀ, ਕਿ ਆਪਣੇ ਕੋਲ ਇੱਕੋ ਹੀ ਟ੍ਰੀਟਮੈਂਟ ਹੈ। ਜਿਹੜੀ ਡਾਇਬਟੀਜ਼ ਹੈ ਉਹ TB ਨਹੀਂ ਹੈਗੀ ਕਿ TB ਦੀ ਇਹ ਫਿਕਸ ਦਵਾਈ ਹੈ ਜੀ, ਇਹ ਖਾ ਲੈਣੀ ਹੈ। ਸਰਕਾਰ ਵੱਲੋਂ ਸੈਂਟਰ 'ਤੇ ਜਾਓ ਔਰ ਸਰਕਾਰ ਤੁਹਾਨੂੰ TB ਦੀ ਫਿਕਸ ਦਵਾਈ ਡਾਕਟਰ ਉੱਥੇ ਦੇ ਦਿੰਦੇ ਨੇ। ਇਹ ਫਰਕ ਹੈ। ਡਾਇਬਟੀਜ਼ ਇਜ਼ ਨਾਟ ਟਿਊਬਰਕਲੋਸਿਸ। ਡਾਇਬਟੀਜ਼ ਦਾ ਜਿਹੜਾ ਟ੍ਰੀਟਮੈਂਟ ਹੈ, ਸਭ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਉਹਦੇ ਵਿੱਚ ਉਹਨੇ
ਜਿਹੜੀ ਆਪਣੀ ਲਾਈਫ ਸਟਾਈਲ ਸੈੱਟ ਕਰਨਾ ਹੈ, ਜਿਹੜਾ ਉਹਨੇ ਪਰਹੇਜ਼ ਕਰਨਾ ਹੈ, ਸਭ ਤੋਂ ਪਹਿਲੇ ਨੰਬਰ 'ਤੇ ਡਾਇਬਟੀਜ਼ ਟ੍ਰੀਟਮੈਂਟ 'ਚ ਆਉਂਦਾ ਹੈ ਪਰਹੇਜ਼। ਕਹਿੰਦੇ ਇਲਾਜ ਨਾਲੋਂ ਪਰਹੇਜ਼ ਜ਼ਰੂਰੀ। ਸੋ ਪਰਹੇਜ਼ ਕਿਸ ਤੋਂ? ਮਿੱਠੀਆਂ ਚੀਜ਼ਾਂ ਤੋਂ, ਚੀਨੀ ਤੋਂ, ਸ਼ੱਕਰ ਤੋਂ, ਮਿਸਰੀ ਤੋਂ, ਸ਼ਹਿਦ ਤੋਂ, ਮਿੱਠੀਆਂ ਮਠਾਈਆਂ ਤੋਂ। ਖਾਸ ਹਰ ਚੀਜ਼ ਸ਼ੂਗਰ ਵਧਾਉਂਦੀ ਹੈ। ਰੋਟੀ ਵੀ ਸ਼ੂਗਰ ਵਧਾਉਂਦੀ ਹੈ, ਚਾਵਲ ਵੀ ਸ਼ੂਗਰ ਵਧਾਉਂਦਾ ਹੈ। ਤਾਂ ਕੀ ਕਰਨਾ ਹੈ? ਪੋਰਸ਼ਨ ਨੂੰ ਕੰਟਰੋਲ ਕਰਨਾ ਹੈ। ਇਹ ਨਹੀਂ ਕਿ ਮੈਂ ਮਿੱਠਾ ਤਾਂ ਖਾਂਦੇ ਨਹੀਂ, ਪਰ ਮੈਂ ਰੋਟੀਆਂ ਤਾਂ 6 ਖਾ ਲੈਂਦਾ, 7 ਖਾ ਲੈਂਦਾ, ਉਹ ਵੀ ਸ਼ੂਗਰ ਬਣਾਉਗੀ। ਸੋ ਹਰ ਚੀਜ਼ ਨੂੰ ਕੰਟਰੋਲ ਕਰਨਾ ਹੈ। ਡਾਈਟ ਨੂੰ ਕੰਟਰੋਲ ਕਰਨਾ ਹੈ। ਡਾਈਟ ਕੀ ਡਾਈਟ ਖਾਣੀ ਹੈ, ਡਾਈਟ ਨੂੰ ਕਿਸ ਟਾਈਮ 'ਤੇ ਖਾਣਾ ਹੈ, ਡਾਈਟ ਕਿਸ ਤਰ੍ਹਾਂ ਤਰੀਕੇ ਨਾਲ ਖਾਣੀ ਹੈ, ਕਿੰਨੇ ਟਾਈਮ ਦੇ ਵਿੱਚ ਖਾਣੀ ਹੈ, ਇਹ ਸਭ ਚੀਜ਼ਾਂ ਤੁਸੀਂ ਸਾਡੇ ਕੋਲ ਆ ਕੇ, ਡਾਕਟਰਸ ਕੋਲ ਆ ਕੇ, ਡਾਇਬੀਟੋਲੋਜਿਸਟ ਕੋਲ ਆ ਕੇ ਸਮਝੋਗੇ। ਔਰ ਫਿਰ ਉਸ ਤਰ੍ਹਾਂ ਕਰੋਗੇ ਤਾਂ ਅਸੀਂ ਇਹਨੂੰ ਅੱਜ ਕੱਲ੍ਹ ਕਹਿੰਦੇ ਰਿਵਰਸਲ ਆਫ ਡਾਇਬਟੀਜ਼। ਅਸੀਂ ਅੱਗੇ ਨਹੀਂ ਲੈ ਕੇ ਜਾਣੀ ਸ਼ੂਗਰ ਦੀ ਬਿਮਾਰੀ, ਅਸੀਂ ਉਹਨੂੰ ਰਿਵਰਸ ਕਰਨਾ ਹੈ, ਪਿੱਛੇ ਮੋੜਨਾ ਹੈ। ਔਰ ਇਹ ਪਿੱਛੇ ਮੋੜਨ ਦੇ ਇਹੀ ਤਰੀਕੇ ਨੇ, ਜਿਸ ਤਰ੍ਹਾਂ ਕਹੀਦਾ ਨਾ ਕਿ ਗੱਡੀ ਦਾ ਰਿਵਰਸ ਮਾਰਿਆ, ਸੋ ਇਸੇ ਤਰ੍ਹਾਂ ਆਪਾਂ ਡਾਇਬਟੀਜ਼ ਦਾ ਰਿਵਰਸ ਮਾਰਨਾ ਹੈ। ਸੋ ਪਰਹੇਜ਼, ਡਾਈਟ, ਕੀ ਡਾਈਟ, ਕਿੰਨੇ ਵਜੇ ਖਾਣਾ ਹੈ, ਕੀ ਖਾਣਾ ਹੈ, ਕਿਸ ਤਰ੍ਹਾਂ ਦਾ ਖਾਣਾ ਖਾਣਾ ਹੈ, ਇਹ ਸਭ ਦੀ ਸਮਝ ਹੋਣੀ ਬੜੀ ਜ਼ਰੂਰੀ। ਔਰ ਤੀਸਰੀ ਫਿਰ ਦਵਾਈਆਂ। ਇਹ ਨਹੀਂ ਹੁੰਦਾ ਕਿ ਦਵਾਈ ਜੀ ਆਹ ਸ਼ੂਗਰ ਦੀ ਗੋਲੀ ਹੈ, ਇਹ ਡੈਡੀ ਵੀ ਖਾਂਦੇ ਸੀ, ਮੰਮੀ ਵੀ ਖਾਂਦੇ ਸੀ, ਬੱਚੇ ਨੂੰ ਆਈ, ਇਹ ਬਲੱਡ ਪ੍ਰੈਸ਼ਰ ਦੀ ਗੋਲੀ ਹੈ, ਇਹ ਦਾਦਾ ਜੀ ਖਾਂਦੇ ਸੀ, ਆਪਾਂ ਬੱਚੇ ਨੂੰ ਦੇ ਦਈਏ, ਜਾਂ ਐਡਲਟ ਨੂੰ ਦੇ ਦਈਏ, ਜਾਂ ਜਵਾਨ ਬੰਦੇ ਨੂੰ ਦੇ ਦਈਏ। ਹਰ ਜਿਹੜੀ ਦਵਾਈ ਹੈ ਉਹ ਡਿਫਰੈਂਟ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਦੇਖਿਆ ਜਾਂਦਾ ਕਿ ਇਸ ਪੇਸ਼ੈਂਟ ਨੂੰ ਸ਼ੂਗਰ ਹੋਈ ਕਿਉਂ ਹੈ, ਇਹਦਾ ਵੇਟ ਕਿੰਨਾ ਹੈ, ਇਹਦਾ ਲਾਈਫ ਸਟਾਈਲ ਕਿੰਨਾ ਹੈ। ਉਸ ਹਿਸਾਬ ਦੇ ਨਾਲ ਸ਼ੂਗਰ ਦੀਆਂ ਜਿਹੜੀਆਂ ਦਵਾਈਆਂ ਨੇ, ਇੱਕ ਜਿਹੜਾ ਮੋਟਾ ਪੇਸ਼ੈਂਟ ਹੈ ਉਹਦੀ ਦਵਾਈ ਹੋਈ ਕੁਝ ਹੋਰ ਹੈ, ਉਹਦੀਆਂ ਇਸ ਤਰ੍ਹਾਂ ਦੀਆਂ ਦਵਾਈਆਂ ਸਿਲੈਕਟ ਕਰਾਂਗੇ ਜਿਹੜੀਆਂ ਉਹਦਾ ਵੇਟ ਵੀ ਘਟਾਉਣ ਔਰ ਜਿਹੜੀ ਉਹਦੀ ਐਕਟੀਵਿਟੀ ਵਧਾਉਣ ਔਰ ਉਹਦੀ ਬਿਮਾਰੀ ਕੰਟਰੋਲ ਕਰਨ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਹੈ, ਬਲੱਡ ਪ੍ਰੈਸ਼ਰ ਦੀ ਵਜ੍ਹਾ ਦੇਖਣੀ ਹੈ, ਉਹਦੀ ਕੀ ਦਵਾਈ ਦੇਣੀ ਹੈ। ਇਹਨੂੰ ਅਸੀਂ ਕਹਿੰਦੇ ਇੰਡੀਵਿਜੂਅਲਾਈਜ਼ਡ ਦਵਾਈ। ਜਿਸ ਤਰ੍ਹਾਂ ਟੇਲਰ ਹਰ ਬੰਦੇ ਦਾ ਸੂਟ ਉਹਦੇ ਸਾਈਜ਼ ਦੀ ਫਿਟਿੰਗ ਦੇ ਹਿਸਾਬ ਦੇ ਨਾਲ ਕਰਦਾ ਹੈ, ਇਸ ਤਰ੍ਹਾਂ ਅਸੀਂ ਹਰ ਸ਼ੂਗਰ ਔਰ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਦੀ ਮੈਡੀਸਨ ਜਿਹੜੀ ਹੈ ਉਸ ਦੀ ਵਜ੍ਹਾ ਦੇ ਹਿਸਾਬ ਨਾਲ, ਉਸ ਦੇ ਲਾਈਫ ਸਟਾਈਲ ਦੇ ਹਿਸਾਬ ਨਾਲ ਔਰ ਉਸ ਦੀ ਲੋੜ ਦੇ ਹਿਸਾਬ ਦੇ ਨਾਲ ਦਵਾਈ ਸਿਲੈਕਟ ਕਰਨੀ ਹੈ। ਬਹੁਤ ਦਵਾਈਆਂ ਨੇ ਸ਼ੂਗਰ ਦੀਆਂ, ਬਲੱਡ ਪ੍ਰੈਸ਼ਰ ਦੀਆਂ, ਜਿਹੜੀਆਂ ਕਿ ਹਰ ਪੇਸ਼ੈਂਟ ਨੂੰ ਉਹਦੀ ਲੋੜ ਮੁਤਾਬਕ ਦਿੱਤੀਆਂ ਜਾਂਦੀਆਂ ਨੇ। ਸੋ ਇਸ ਤਰ੍ਹਾਂ ਨਹੀਂ ਕਰਨਾ ਕਿ ਉਹ ਦਵਾਈ ਜੀ ਘਰੇ ਪਈ ਸੀ ਉਹ ਲੈ ਲਈ, ਕਿਉਂਕਿ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਘਟੀ ਵੀ ਬਹੁਤ ਮਾੜੀ, ਵਧੀ ਵੀ ਬਹੁਤ ਮਾੜੀ, ਕਿਉਂਕਿ ਅਗਰ ਸ਼ੂਗਰ ਘਟ ਜਾਂਦੀ ਹੈ ਕਿਸੇ ਵੀ ਵਜ੍ਹਾ ਕਰਕੇ ਕਿ ਦਵਾਈ ਦੀ ਡੋਜ਼ ਜ਼ਿਆਦਾ ਹੋ ਗਈ, ਉਲਟੀਆਂ ਲੱਗ ਗਈਆਂ, ਰੋਟੀ ਖਾਈ ਨਹੀਂ ਗਈ ਜਾਂ ਐਕਸਰਸਾਈਜ਼ ਜ਼ਿਆਦਾ ਕਰ ਲਿਆ ਤੇ ਸ਼ੂਗਰ ਘਟ ਗਈ, ਕਿਉਂਕਿ ਘਟੀ ਹੋਈ ਸ਼ੂਗਰ ਜਿਹੜੀ ਹੈ ਉਹ ਵੀ ਬਹੁਤ ਖਰਾਬ ਹੈ। ਔਰ ਉਹਦੇ ਨਾਲ ਵੀ ਖਾਸ ਕਰਕੇ ਅਗਰ ਰਾਤ ਨੂੰ ਹੀ ਘਟ ਜਾਵੇ ਔਰ ਕਿਸੇ ਨੂੰ ਪਤਾ ਵੀ ਨਾ ਲੱਗੇ, ਪੇਸ਼ੈਂਟ ਨੂੰ ਵੀ ਨਾ ਪਤਾ ਲੱਗੇ, ਤਾਂ ਕਈ ਵਾਰੀ ਰਾਤ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਸੁੱਤੇ ਪਈ ਰਹਿ ਗਏ, ਇਸ ਤਰ੍ਹਾਂ ਵੀ ਹੋ ਜਾਂਦਾ। ਸੋ ਇਹ ਚੀਜ਼ ਨਹੀਂ ਹੋਣ ਦੇਣੀ, ਇਸ ਚੀਜ਼ ਦਾ ਖਿਆਲ ਰੱਖਣਾ ਅਸੀਂ। ਔਰ ਟੈਸਟਿੰਗ ਦੇ ਬਹੁਤ ਅੱਛੇ ਮਸ਼ੀਨਾਂ ਨੇ। ਸ਼ੂਗਰ ਨੂੰ ਦਿਨ ਦੇ ਵਿੱਚ 4 ਵਾਰੀ ਟੈਸਟ ਕਰੋ, 5 ਵਾਰੀ ਕਰੋ, 7 ਵਾਰੀ ਕਰੋ। ਕਈ ਲੋਕਾਂ ਨੂੰ ਪ੍ਰਿਕ ਲਗਾਉਣੇ ਬਹੁਤ ਔਖੇ ਲੱਗਦੇ ਨੇ ਕਿ ਅਸੀਂ ਸੂਈਆਂ ਮਾਰ ਕੇ ਕਿਵੇਂ ਬਾਰ-ਬਾਰ ਪ੍ਰਿਕ ਕਰੀਏ। ਉਹਦੇ ਵਾਸਤੇ ਹੁਣ ਸਾਡੇ ਕੋਲ ਪੈਚਿਸ ਵੀ ਆ ਗਏ ਨੇ। ਪੈਚਿਸ ਮਾਨੇ ਅਸੀਂ ਇੱਕ ਪੈਚ ਪੇਸ਼ੈਂਟ ਦੀ ਜਿਸ ਤਰ੍ਹਾਂ ਬਾਂਹ 'ਤੇ ਲਗਾਤਾ, ਛੋਟਾ ਜਿਹਾ ਸਟਿੱਕਰ ਵਰਗਾ ਪੈਚ, ਔਰ ਉਹ ਨਾਲ ਉਹਦੇ ਸੈਂਸਰ ਆ ਜਾਂਦੇ ਨੇ ਕਿ ਤੁਸੀਂ ਸੈਂਸਰ ਮੋਬਾਈਲ ਵਰਗਾ ਛੋਟਾ ਜਿਹਾ ਹੁੰਦਾ, ਮੋਬਾਈਲ ਤੋਂ ਵੀ ਅੱਧੇ ਸਾਈਜ਼ ਦਾ, ਕਿ ਉਹ ਲਗਾਇਆ ਪੈਚ ਦੇ ਉੱਪਰ ਔਰ ਉਹਨੇ ਬਿਨਾਂ ਕਿਸੇ ਗੱਲ, ਬਿਨਾਂ ਹੋਰ ਕੋਈ ਪ੍ਰਿਕ ਨਹੀਂ, ਕੋਈ ਕੁਛ ਨਹੀਂ, ਇਮੀਡੀਏਟਲੀ ਉਹਦੇ 'ਤੇ ਰੀਡਿੰਗ ਆ ਜਾਏਗੀ ਤੁਹਾਡੀ ਸ਼ੂਗਰ 132 ਹੈ, 172 ਹੈ, 200 ਹੈ, 300 ਵਾਟਐਵਰ। ਉਹ ਇੰਨੀ ਈਜ਼ੀ ਟੈਸਟਿੰਗ ਹੋ ਜਾਂਦੀ ਹੈ ਕਿ ਜਦੋਂ ਪੇਸ਼ੈਂਟ ਖੁਦ ਹੀ ਦਿਨ 'ਚ ਕਿੰਨੀ ਵਾਰੀ ਵਿਦਾਊਟ ਐਨੀ ਪ੍ਰਿਕ, ਵਿਦਾਊਟ ਐਨੀ ਪੇਨ, ਵਿਦਾਊਟ ਐਨੀ ਚਾਰਜਸ, ਇੱਕ ਵਾਰੀ ਜਿਹੜਾ ਲੱਗ ਗਿਆ, ਹਰ ਵਾਰੀ ਟੈਸਟ ਕਰਨ ਦਾ, ਚਾਹੇ ਦਿਨ 'ਚ 2 ਵਾਰੀ ਟੈਸਟ ਕਰੋ, ਚਾਹੇ 1000 ਵਾਰੀ ਕਰੋ, ਕੋਈ ਚਾਰਜ ਹੀ ਨਹੀਂ ਪੈਂਦਾ, ਉਹਦਾ ਕੋਈ ਖਰਚਾ ਨਹੀਂ ਪੈਂਦਾ ਪੇਸ਼ੈਂਟ ਨੂੰ, ਤਾਂ ਕਿੰਨਾ ਸੌਖਾ ਹੋ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਕਿ ਇਹ ਖਾਇਆ ਤਾਂ ਮੇਰੀ ਇੰਨੀ ਸ਼ੂਗਰ ਵਧੀ, ਮੈਂ ਆਪਣੇ ਡਾਈਟ ਦੇ ਵਿੱਚ ਆਹ ਕੀਤਾ ਤਾਂ ਮੇਰੀ ਇੰਨੀ ਵਧੀ,
ਆ ਮੈਂ ਕੀਤਾ ਤਾਂ ਇੰਨੀ ਘਟੀ, ਤਾਂ ਕਿ ਇਸ ਤਰੀਕੇ ਨਾਲ ਉਹ ਆਪਣੀ ਬਿਮਾਰੀ ਨੂੰ ਬਹੁਤ ਅੱਛਾ ਕੰਟਰੋਲ ਕਰ ਲੈਂਦਾ ਹੈ। ਔਰ ਅਗਰ ਤੁਸੀਂ ਨੀਅਰ ਨਾਰਮਲ ਰੱਖ ਲਿਆ ਤੇ ਇਹਦਾ ਮਤਲਬ ਤੁਸੀਂ ਨਾਰਮਲ ਹੋ ਗਏ ਬਿਲਕੁਲ, ਤੁਹਾਨੂੰ ਸ਼ੂਗਰ ਦੀ ਕੋਈ ਕੰਪਲਿਕੇਸ਼ਨ ਹੋਣੀ ਹੋਈ ਨਹੀਂ, ਨਾ ਤੁਹਾਡੇ ਗੁਰਦੇ ਖਰਾਬ ਹੋਣਗੇ, ਨਾ ਤੁਹਾਨੂੰ ਸਟ੍ਰੋਕ ਹੋਊਗਾ। ਸੋ ਜਿਹੜੀਆਂ ਸ਼ੂਗਰ ਰਿਲੇਟਿਡ ਕੰਪਲਿਕੇਸ਼ਨਸ ਨੇ ਉਹਨਾਂ ਤੋਂ ਤੁਸੀਂ ਸਾਰਿਆਂ ਤੋਂ ਬਚ ਸਕੋਗੇ। ਔਰ ਇਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਹੈ, ਔਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਵੀ ਅਸੀਂ ਸਾਰਿਆਂ ਨੂੰ ਰਿਕਮੈਂਡ ਕਰਦੇ ਹਾਂ। ਮੇਰੇ ਕੋਲ ਜਿਹੜੇ ਸਾਰੇ ਪੇਸ਼ੈਂਟਸ ਆਉਂਦੇ ਆ, ਮੈਂ ਉਹਨਾਂ ਨੂੰ ਜ਼ਰੂਰ, ਉਹਨਾਂ ਦੇ ਨਾਲ ਜਿਹੜਾ ਆਇਆ ਹੁੰਦਾ, ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਹਾਂ ਕਿ ਬਈ ਘਰ ਦੇ ਵਿੱਚ ਇੱਕ ਆਪਾਂ ਖਰਚਾ ਕਰਦੇ ਹਾਂ, ਆਪਾਂ ਟੀਵੀ ਰੱਖਦੇ ਹਾਂ, ਫ੍ਰਿਜ ਰੱਖਦੇ ਹਾਂ, ਸੋਫਾ ਰੱਖਦੇ ਹਾਂ, ਕੋਈ ਵਹੀਕਲ ਰੱਖਦੇ ਹਾਂ ਟਰਾਂਸਪੋਰਟੇਸ਼ਨ ਵਾਸਤੇ, ਤਾਂ ਆਪਾਂ ਇੱਕ ਬੀਪੀ ਮਸ਼ੀਨ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਵਾਸਤੇ, ਸ਼ੂਗਰ ਦੇ ਪੇਸ਼ੈਂਟ ਵਾਸਤੇ ਇੱਕ ਸ਼ੂਗਰ ਵਾਲੀ ਮਸ਼ੀਨ, ਇਹ ਮੈਂ ਜ਼ਰੂਰ ਔਰ ਸਾਰੇ ਡਾਇਬਟੋਲੋਜਿਸਟ ਰਿਕਮੈਂਡ ਕਰਦੇ ਹਾਂ ਕਿ ਇਹ ਤੁਸੀਂ ਜ਼ਰੂਰ ਘਰੇ ਰੱਖੋ। ਕਿਉਂਕਿ ਜਦੋਂ ਤੁਸੀਂ ਚੈੱਕ ਕਰ ਲਓਗੇ ਆਪਣੇ ਆਪ, ਤਾਂ ਤੁਸੀਂ ਬਹੁਤ ਉਸ ਚੀਜ਼ 'ਤੇ ਕੰਟਰੋਲ ਹੀ ਪਾ ਲਓਗੇ ਕਿ ਮੈਂ ਇਹ ਚੈੱਕ ਕਰ ਲਿਆ ਔਰ ਮੇਰਾ ਇਹ ਠੀਕ ਹੋ ਰਿਹਾ। ਔਰ ਅਗਰ ਨਹੀਂ ਠੀਕ ਤਾਂ ਤੁਸੀਂ ਉਸ ਚੀਜ਼ ਦੀ ਐਮਰਜੈਂਸੀ ਖੁਦ ਸਮਝ ਕੇ ਉਸੇ ਵੇਲੇ ਡਾਕਟਰ ਕੋਲ ਜਾ ਸਕੋਗੇ। ਮੈਨੂੰ ਜ਼ਰੂਰ ਉਮੀਦ ਹੈ ਕਿ ਮੇਰੀਆਂ ਇਹ ਗੱਲਾਂ ਕਰਨ ਦਾ ਤੁਹਾਨੂੰ ਜ਼ਰੂਰ ਫਾਇਦਾ ਹੋਏਗਾ ਔਰ ਤੁਸੀਂ ਜ਼ਰੂਰ ਇਸ ਦਾ ਫਾਇਦਾ ਉਠਾਓ। ਆਪਣੀ ਲਾਈਫ ਸਟਾਈਲ ਨੂੰ ਠੀਕ ਕਰਕੇ ਅਸੀਂ ਇੱਕ ਬਹੁਤ ਸਹਿਜ ਔਰ ਬਹੁਤ ਅੱਛਾ ਜੀਵਨ ਜਿਹੜਾ ਹੈ ਉਹ ਆਪਾਂ ਮਾਨਣਾ ਹੈ, ਆਪਣਾ ਲਾਈਫ ਸਟਾਈਲ ਔਰ ਆਪਣੀਆਂ ਬਿਮਾਰੀਆਂ ਨੂੰ ਕਾਬੂ ਕਰਕੇ। ਥੈਂਕ ਯੂ ਵੈਰੀ ਮਚ।